ਦੀਪ ਸਿੱਧੂ ਦਰਬਾਰ ਸਾਹਿਬ ਜਾਂਦੇ ਨੇ ਰਿਹਾ ਹੋ ਕੇ, ਤੇ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ। ਤੇ ਮੈਂ ਇਸ ਗੱਲ ਦਾ ਰੋਸ ਕਰਨਾ ਕਿ ਬਈ ਮੈਨੂੰ ਤੁਸੀਂ ਨਾਲ ਨਹੀਂ ਲੈ ਗਏ, ਮੈਨੂੰ ਕਹਿ ਕੇ ਗਏ ਸੀ ਕਿ ਆਪਾਂ ਇਕੱਠੇ ਚੱਲਾਂਗੇ। ਉਹਨੂੰ ਪਤਾ ਲੱਗਦਾ ਕਿ ਵੀ ਮੈਂ ਇਸ ਗੱਲ ਤੋਂ ਗੁੱਸੇ ਹੋ ਗਿਆ ਕਿ ਮੈਨੂੰ ਨਾਲ ਨਹੀਂ ਲੈ ਗਏ, ਕਿਉਂਕਿ ਕਮਿਟਮੈਂਟ ਸੀਗੀ, ਅਸੀਂ ਇਕੱਠਿਆਂ ਨੇ ਕੀਤੀ। ਡਾਕਟਰ ਸਾਹਿਬ ਸਨ ਨਾਲ ਤੇ ਹੋਰ ਵੀ ਸੱਜਣ ਸੀਗੇ ਨਾਲ। ਬੜਾ ਹਰਮਨ ਪਿਆਰਾ ਸਾਡਾ ਵੀਰ ਸੀ ਇੱਕ ਅੰਮ੍ਰਿਤਸਰ ਤੋਂ, ਸਰਪੰਚ ਜਗਦੀਪ ਸਿੰਘ ਗਿੱਲ ਬਾਸਰਕੇ ਤੋਂ, ਉਹ ਵੀ ਸੀਗੇ। ਤੇ ਇਸ ਤਰ੍ਹਾਂ ਗੱਲਬਾਤ ਕਰਦੇ ਹਾਂ ਤੇ ਉਹ ਕਹਿੰਦੇ ਬਾਈ ਮੈਂ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰੋਂ ਹੋ ਕੇ ਆਇਆ, ਫਿਜ਼ੀਕਲੀ ਮੈਂ ਭਾਵੇਂ ਤੈਨੂੰ ਕਦੀ ਨਾ ਮਿਲਾਂ। ਇਹ ਗੱਲ ਦੇ ਗਵਾਹ ਨੇ ਜਿਹੜੇ ਸਰਪੰਚ ਸਾਡੇ ਜਗਦੀਪ ਸਿੰਘ ਵੀਰ ਨਾਲ ਭਰਾ ਹੈ ਆਪਣਾ, ਉਹ ਇਸ ਗੱਲ ਦੇ ਗਵਾਹ ਨੇ ਕਿ ਉਹਨਾਂ ਦੇ ਸਾਹਮਣੇ ਉਹਨਾਂ ਨੇ ਇਹ ਗੱਲ ਕਹੀ ਕਿ ਆਪਣੇ 'ਚ ਗੁਰੂ ਰਾਮਦਾਸ ਜਾਮਣ ਤੁਸੀਂ ਮੈਨੂੰ ਬਹੁਤ ਨੇੜੇ ਹੋ ਔਰ ਸਭ ਤੋਂ ਨੇੜੇ ਹੋ। ਤਾਂ ਉਹਨਾਂ ਦੀ ਇਹ ਗੱਲ ਕਹਿਣੀ, ਹਰ ਗੱਲ ਜੋ ਮਰਜ਼ੀ ਮੈਨੂੰ ਕੋਈ ਕਹੇ, ਜਿਹੜੀ ਮਰਜ਼ੀ ਗੱਲ ਕਹੇ, ਪਰ ਮੈਨੂੰ ਇੱਕ ਗੱਲ ਕਨਫਰਮ ਸੀ ਕਿ ਦੀਪ ਸਿੱਧੂ ਜਿਹੜਾ ਆ ਉਹਦਾ ਡਬਲ ਸਟੈਂਡਰਡ ਨਹੀਂ ਹੈ। ਉਹਦਾ ਇੱਕੋ ਹੀ ਸਟੈਂਡਰਡ ਆ ਕਿ ਉਹ ਝੂਠ ਨਹੀਂ ਬੋਲਦਾ, ਗੁੰਮਰਾਹ ਨਹੀਂ ਕਰਦਾ, ਸੱਚ ਬੋਲਣ ਲਈ ਚਾਹੇ ਉਹਦੇ ਨਾਲ ਕੋਈ ਵੀ ਨਾ ਰਹੇ ਉਹ ਇਹ ਗੱਲ ਪਸੰਦ ਕਰਦਾ ਸੀ। ਜਿੱਦਣ ਤਖਤ ਸਾਹਿਬ 'ਤੇ ਜਾ ਕੇ ਉਹਨੇ ਕਿਹਾ, ਉਹਨੇ ਸ਼ਹਾਦਤਾਂ ਬਾਰੇ ਗੱਲ ਕੀਤੀ ਆ, ਮੈਂ ਉਸ ਗੱਲ ਨੂੰ ਉੱਧਰ ਪਾਸੇ ਨਹੀਂ ਲੈ ਕੇ ਜਾਵਾਂਗਾ, ਸਿਰਫ ਮੈਂ ਇੰਨੀ ਗੱਲ ਦੱਸਾਂਗਾ ਕਿ ਦੀਪ ਦੀ ਸੋਚ ਕਿਵੇਂ ਦੀ ਸੀ। ਦੀਪ ਸਿੱਧੂ ਨੇ ਜਦ ਉੱਥੇ ਬਿਆਨ ਦਿੱਤਾ ਤੇ ਬਹੁਤ ਲੋਕਾਂ ਨੇ ਇਹ ਕਿਹਾ ਵੀ ਇਹ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਰਹੇ ਕਿ ਬਿਆਨ ਉਹਦਾ ਸਹੀ ਆ ਪਰ ਵਕਤ ਸਹੀ ਨਹੀਂ ਸੀ। ਤੇ ਜਦੋਂ ਗੱਲਬਾਤ ਹੋਈ ਸਾਡੀ ਤਾਂ ਮੈਂ ਕਿਹਾ ਬਾਈ ਇਸ ਤਰ੍ਹਾਂ ਲੋਕ ਕਹਿੰਦੇ ਨੇ, ਤੇ ਮੈਂ ਜ਼ਿਆਦਾਤਰ ਉਹਨੂੰ ਪੁੱਤ ਹੀ ਕਹਿੰਦਾ ਹਾਂ। ਮੇਰੇ ਪੁੱਤ ਕਹਿਣ ਦੀ ਜਿਹੜੀ ਕਹਾਣੀ ਆ ਇਹ ਮੈਂ ਅੱਜ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਮੈਂ ਦੀਪ ਨੂੰ ਪੁੱਤ ਕਿਉਂ ਕਹਿੰਦਾ ਹਾਂ। ਇਹ ਨਹੀਂ ਕਿ ਮੈਂ ਉਹ ਤੋਂ ਬਹੁਤ ਜ਼ਿਆਦਾ ਵੱਡਾ। 2 ਦਿਨ ਹੋ ਗਏ ਸੀ ਦੀਪ ਦੇ ਸੇਮ ਕੱਪੜੇ ਸੀਗੇ, ਤੇ ਮੈਂ ਸ਼ੰਭੂ ਮੋਰਚੇ ਦੇ ਜਦੋਂ ਗਿਆ ਤੇ ਸਾਡੇ ਇੱਥੇ ਪਟਿਆਲੇ ਦੇ ਵਿੱਚ ਅਜੇ ਵੀ ਉਹ ਜਿਉਂਦੇ ਜਾਗਦੇ ਨੇ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਆ। ਤੇ ਜਦੋਂ ਉਹਨਾਂ ਤੋਂ ਮੈਂ ਕਿਹਾ ਕਿ ਮੈਨੂੰ ਇੱਕ ਟਰੈਕ ਸੂਟ ਚਾਹੀਦਾ ਆ, ਤੇ ਮੈਨੂੰ ਕਹਿੰਦੇ ਵੀ ਕਿੱਦਾਂ ਦਾ ਦਿਖਾਈਏ। ਮੈਂ ਕਿਹਾ ਵੀ ਜਿੱਦਾਂ ਦੇ ਦੀਪ ਸਿੱਧੂ ਕੱਪੜੇ ਪਾਉਂਦਾ। ਉਹ ਮੇਰੇ ਮਿੱਤਰ ਨੇ, ਜਾਣਦੇ ਨੇ ਮੈਨੂੰ, ਤੇ ਉਹ ਪਟਿਆਲੇ 'ਚ ਬਹੁਤ ਵੱਡਾ ਸ਼ੋਰੂਮ ਆ ਉਹਨਾਂ ਦਾ। ਤੇ ਜਾਣਦੇ ਇਵੇਂ ਨੇ ਕਿ ਉਹਨਾਂ ਦੇ ਬੇਬੀ ਡਰੈਸਾਂ ਦੇ ਨਾ, ਉਹਨਾਂ ਦੇ ਸਕੂਲ ਡਰੈਸਾਂ ਦੀ ਇੱਕ ਬਹੁਤ ਵੱਡੀ ਸ਼ਾਪ ਹੁੰਦੀ ਸੀ ਪਹਿਲਾਂ, ਤੇ ਇਸ ਕਰਕੇ ਸਾਰੇ ਉਹਨਾਂ ਨੂੰ ਜਾਣਦੇ ਨੇ ਜਿਹੜੇ ਵੀ ਛੋਟੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਰਹੇ ਨੇ ਪਟਿਆਲੇ ਦੇ ਵਿੱਚ। ਤੇ ਜਦੋਂ ਮੈਂ ਉੱਥੋਂ ਇੱਕ ਟਰੈਕ ਸੂਟ ਲੈ ਕੇ ਗਿਆ, ਜਦੋਂ ਟਰੈਕ ਸੂਟ ਲੈ ਕੇ ਅਸੀਂ ਸਕਾਰਪੀਓ ਜੀਪ ਜਿਹਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਐਕਸੀਡੈਂਟ ਹੁੰਦਾ ਹੈ ਪੁੱਤ, ਤਾਂ ਉਸ ਹਾਲਾਂਕਿ ਇਸ ਗੱਲ ਨੂੰ ਲੈ ਕੇ ਮੈਨੂੰ ਲੋਕਾਂ ਨੇ ਟਰੋਲ ਵੀ ਕੀਤਾ, ਮੈਨੂੰ ਟੀਚਰਾਂ ਵੀ ਕੀਤੀਆਂ, ਮੇਰੇ ਆਪਣਿਆਂ ਨੂੰ ਮੈਨੂੰ ਕਿਹਾ ਵੀ ਕਿੱਥੇ ਤੇਰਾ ਪੁੱਤ, ਕਈ ਤਰ੍ਹਾਂ ਦੀਆਂ ਮੈਨੂੰ ਇਹ ਗੱਲਾਂ ਝੱਲਣੀਆਂ ਪਈਆਂ, ਪਰ ਮੈਂ ਇਹ ਗੱਲ ਨੂੰ ਕਦੀ ਖੋਲ੍ਹ ਕੇ ਦੱਸਿਆ ਨਹੀਂ, ਕਿਉਂਕਿ ਦੀਪ ਜਦ ਚੜ੍ਹਦੀ ਕਲਾ ਸੀ, ਦੀਪ ਸਾਡੇ ਵਿੱਚ ਸੀ, ਉਦੋਂ ਇਹ ਗੱਲ ਦਾ ਕੋਈ ਮਾਇਨਾ ਨਹੀਂ ਸੀ। ਛੋਟੀ ਸੀ ਬਹੁਤ ਗੱਲ, ਕਿਉਂਕਿ ਦੀਪ ਦਾ ਕੱਦ ਬਹੁਤ ਵੱਡਾ ਸੀ, ਅਸਮਾਨ ਤੋਂ ਵੀ ਉੱਚਾ ਸੀ। ਬੇਸ਼ੱਕ ਅਸੀਂ ਆਪਣੇ ਆਪਣੇ ਖੇਤਰ 'ਚ ਨਿਪੁੰਨ ਹਾਂ, ਪਰ ਦੀਪ ਸਾਰੇ ਖੇਤਰਾਂ 'ਚ ਨਿਪੁੰਨ ਸੀਗਾ। ਸੱਚੀ ਦੀਪ ਸਾਰੇ ਖੇਤਰਾਂ 'ਚ ਨਿਪੁੰਨ ਸੀ। ਜਿੰਨਾ ਮੈਂ ਦੀਪ ਨੂੰ ਨੇੜਿਓਂ ਵੇਖਿਆ ਆ, ਇਹਦੇ ਉੱਤੇ ਮੈਂ ਪੂਰੀ ਇੱਕ ਲੰਮੀ ਚੌੜੀ ਕਿਤਾਬ ਲਿਖ ਸਕਦਾ ਕਿ ਦੀਪ ਅਸਲ ਹੈ ਕੀ ਸੀ। ਦੀਪ ਬਾਰੇ ਜਾਣਕਾਰੀ ਕੁਝ ਬੰਦਿਆਂ ਨੂੰ ਹੋਈ ਆ, ਜਿਹਦੇ ਵਿੱਚ ਮੈਂ ਨਾਂ ਲਊਂਗਾ ਸਰਦਾਰ ਅਜਮੇਰ ਸਿੰਘ ਹੋਣੀ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦੀਪ ਬਾਰੇ ਪਤਾ ਲੱਗਾ, ਦੀਪ ਦੀ ਸੀਰਤ ਤੇ ਸੂਰਤ ਦੋਨਾਂ ਬਾਰੇ ਉਹਨਾਂ ਦਾ ਕੀ ਆ। ਤੇ ਉਹਨਾਂ ਨੇ ਇੱਕ ਦਿਨ ਬਿਆਨ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿ ਭਾਜੀ ਜੇ ਤੁਸੀਂ ਇੱਕ ਲਫ਼ਜ਼ 'ਚ ਦੀਪ ਨੂੰ ਕਹਿਣਾ ਹੋਏ ਵੀ ਦੀਪ ਕੀ ਆ ਤੇ ਕੀ ਕਹੋਗੇ? ਕਹਿੰਦੇ ਦੀਪ ਉਹ ਅਥਰਾ ਘੋੜਾ ਆ ਜਿਹਦੀ ਲਗਾਮ ਕੋਈ ਨਹੀਂ ਫੜ ਸਕਦਾ। ਔਰ ਬਹੁਤਿਆਂ ਨੇ ਦੀਪ ਦੀ ਲਗਾਮ ਫੜਨੀ ਚਾਹੀ, ਜਦੋਂ ਦੀਪ ਦੀ ਲਗਾਮ ਕਾਬੂ ਨਹੀਂ ਆਈ ਉਦੋਂ ਉਹਨਾਂ ਉੱਤੇ ਚਿੱਕੜ ਸੁੱਟਣਾ ਸ਼ੁਰੂ ਕੀਤਾ। ਇਹ ਗੱਲ ਬਿਲਕੁਲ ਪੱਕੀ ਸੀ ਕਿ ਦੀਪ ਦੀ ਲਗਾਮ ਕਿਸੇ ਦੇ ਹੱਥ 'ਚ ਨਹੀਂ ਜਾ ਸਕਦੀ। ਦੀਪ ਉਹ ਅਥਰਾ ਘੋੜਾ ਸੀ ਜਿਨਨੇ ਸੱਚ ਲਈ ਇੰਨੀ ਤੇਜ਼ੀ ਨਾਲ ਦੌੜ ਲਾਈ, ਇੰਨੀ ਤੇਜ਼ੀ ਨਾਲ ਦੌੜ ਲਾਈ ਕਿ ਉਹ ਸੱਚ ਦੀ ਗਵਾਹੀ ਭਰਦਾ ਹੀ ਸਾਡੇ ਵਿੱਚੋਂ ਚਲੇ ਗਿਆ। ਪਰ ਮੈਂ ਉੱਥੇ ਫੇਰ ਆਵਾਂ ਕਿ ਮੇਰੇ ਉਹਨੂੰ ਪੁੱਤ ਕਹਿਣ ਵਾਲੀ ਗੱਲ ਜਿਹੜੀ ਸੀ ਉਹਦੇ ਮਗਰ ਕਹਾਣੀ ਕੀ ਆ। ਤੇ ਅਸੀਂ ਸ਼ਾਮ ਨੂੰ
ਇਕੱਠੇ ਆਉਂਦੇ ਆ ਪਟਿਆਲੇ ਇਕੱਠੇ ਆਉਂਦੇ ਆ ਅਤੇ ਦੀਪ ਦੇ ਪਰਿਵਾਰ ਨੂੰ ਪਤਾ ਹੈ ਕਿ ਉਹਨਾਂ ਦੀ ਇੱਥੇ ਇੱਕ ਕੋਈ ਰਿਸ਼ਤਾ ਹੈਗਾ ਆ ਪਟਿਆਲੇ ਦੇ ਵਿੱਚ, ਅਤੇ ਅਸੀਂ ਉੱਥੇ ਜਾਂਦੇ ਹਾਂ। ਅਤੇ ਮੈਂ ਜਦੋਂ ਉਹਨਾਂ ਨੂੰ ਉਹਨੂੰ ਕਹਿੰਦਾ ਜਾ ਕੇ, ਕਹਿੰਦਾ ਜਿਹੜਾ ਉਹਦੇ ਕੱਪੜੇ ਉੱਥੇ ਧੋਂਦਾ ਸੀ ਉਹ ਮੁੰਡਾ ਇੱਥੇ ਆਇਆ ਹੋਇਆ ਸੀ ਪਟਿਆਲੇ, ਕਹਿੰਦਾ ਕੱਪੜੇ ਧੋ ਦੀ। ਅਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਅਤੇ ਮੈਂ ਕਿਹਾ ਬਾਈ ਮੈਂ ਵੀ ਤੁਹਾਡੇ ਵਾਸਤੇ ਕੁਛ ਨਹੀਂ ਕਰ ਸਕਦਾ, ਕਿਉਂਕਿ ਫਾਈਨੈਂਸ਼ਲੀ ਮੇਰਾ ਅਤੇ ਦੀਪ ਦਾ ਇੰਨਾ ਕੁ ਫਰਕ ਹੈ ਜਿਹਦੇ 'ਚ ਕੋਈ ਮੀਟਰ ਹੈ ਹੀ ਨਹੀਂ, ਜਿਹਦੇ 'ਚ ਕੋਈ ਫੀਤਾ ਨਹੀਂ ਹੈਗਾ, ਅਤੇ ਮੈਂ ਦੀਪ ਨੂੰ ਕੀ ਦੇ ਸਕਦਾ। ਪਰ ਫਿਰ ਵੀ ਮੈਂ ਬੜੀ ਆਪਣੱਤ ਦੇ ਨਾਲ ਉਹਨੂੰ ਕਿਹਾ, ਮੈਂ ਬਾਈ ਮੈਂ ਇੱਕ ਟਰੈਕ ਸੂਟ ਲੈ ਕੇ ਆਇਆ ਤੇਰੇ ਲਈ, ਔਰ ਮੈਂ ਕਹਿੰਦਾ ਵੀ ਝੱਕ ਗਿਆ ਕਿ ਵੀ ਦੀਪ ਇੱਦਾਂ ਦੇ ਪਾਲੂਗਾ। ਅਤੇ ਜਦੋਂ ਮੈਨੂੰ ਕਹਿੰਦਾ ਕਿਉਂ ਲੈ ਕੇ ਆਏ ਹੋ, ਮੈਂ ਕਿਹਾ ਬਾਈ ਤੈਨੂੰ 2 ਦਿਨ ਹੋ ਗਏ ਸੀ ਨਾ ਕੱਪੜੇ ਪਾਇਆ ਨੂੰ, ਅਤੇ ਮੈਂ ਕੱਲ੍ਹ ਵੀ ਤੁਹਾਨੂੰ ਵੇਖਿਆ ਅਤੇ ਅੱਜ ਵੀ ਵੇਖਿਆ, ਇਸ ਕਰਕੇ ਮੈਂ ਕਿਹਾ ਵੀ ਸ਼ਾਇਦ ਉਹਨਾਂ ਦੇ ਕੱਪੜੇ ਬੰਬੇ ਪਏ ਹੋਣ ਜਾਂ ਕਿਤੇ ਦੂਰ ਪਏ ਹੋਣ, ਉਹਨਾਂ ਕੋਲ ਨਾ ਹੋਣ, ਅਤੇ ਮੈਂ ਲੈ ਜਾਣਾ ਵੀ ਚੇਂਜ ਕਰ ਲੈਣਗੇ 2 ਮਿੰਟ। ਮੇਰੇ ਬਾਂਹ ਮੋਢੇ 'ਤੇ ਰੱਖ ਕੇ ਮੈਨੂੰ ਕਹਿੰਦਾ ਐਂ ਤਾਂ ਮਾਂ ਪਿਓ ਖਿਆਲ ਰੱਖਦਾ ਆ। ਮਾਂ ਪਿਓ ਵੀ ਇਹਨਾਂ ਨੇ ਇਕੱਲਾ ਮਾਂ ਦਾ ਜ਼ਿਕਰ ਕੀਤਾ, ਕਹਿੰਦਾ ਆ ਤਾਂ ਮਾਵਾਂ ਖਿਆਲ ਰੱਖਦੀਆਂ ਹੁੰਦੀਆਂ ਨੇ। ਮੈਂ ਕਿਹਾ ਦੀਪ ਤੂੰ ਮੇਰਾ ਪੁੱਤ ਹੀ ਆ। ਅਤੇ ਮੇਰਾ ਮਨ ਭਰ ਆਇਆ ਸੀ, ਇੱਕ ਦੂਜੇ ਨੂੰ ਜੱਫੀ ਪਾ ਲਈ। ਉਹ ਪਟਿਆਲੇ ਦੀ ਇੱਕ ਜਗ੍ਹਾ ਸੀ ਜਿੱਥੇ ਅਸੀਂ ਦੋਨੋਂ ਇੱਕ ਦੂਜੇ ਨੂੰ ਘੁੱਟ ਕੇ ਮਿਲੇ, ਅਤੇ ਮੈਂ ਕਿਹਾ ਦੀਪ ਮੇਰੇ ਵੱਲੋਂ ਕੋਈ ਕਸਰ ਨਹੀਂ ਰਹੂਗੀ। ਅਤੇ ਉਹ ਕਹਿੰਦਾ ਬਾਈ ਮੈਂ ਫਿਜ਼ੀਕਲ ਤੈਨੂੰ ਮਿਲਾਂ ਜਾਂ ਸਾਰੀ ਉਮਰ ਨਾ ਮਿਲਾਂ, ਵੀ ਆਪਣੇ ਰਾਹ ਇੱਦਾਂ ਦੇ ਨੇ, ਬਹੁਤ ਵੱਖਰੇ ਵੀ ਹੋ ਸਕਦੇ ਨੇ, ਪਰ ਇਹ ਐਵੇਂ ਕਾਇਮ ਰਹੂਗਾ। ਮੈਂ ਦੀਪ ਦੀ ਬਹੁਤੀ ਗੱਲ ਨਹੀਂ ਕਰ ਸਕਦਾ, ਮੇਰੇ ਤੋਂ ਗੱਲ ਹੁੰਦੀ ਨਹੀਂ ਹੈਗੀ। ਇਹ ਦੁਨੀਆ ਮੈਨੂੰ ਜੋ ਮਰਜ਼ੀ ਕਹੇ ਕਿ ਡਰਾਮੇ ਜਾਂ ਵਿਊ ਲੈਣ ਲਈ ਜਾਂ ਮਸ਼ਹੂਰ ਹੋਣ ਲਈ ਬੜਾ ਕੁਛ ਮੇਰੇ 'ਤੇ ਲੋਕਾਂ ਨੇ ਕੀਤਾ ਆ, ਪਰ ਮੇਰੇ ਕੋਲ ਇੱਕ ਹੀ ਬੇਟਾ ਆ, ਅਤੇ ਮੈਂ ਉਹਦੀ ਕਸਮ ਖਾ ਕੇ ਗੱਲ ਕਹਿ ਸਕਣਾ ਵੀ ਦੀਪ ਨੂੰ ਲੈ ਕੇ ਮੈਂ ਕਦੀ ਵੀ ਕੋਈ ਫੇਕਨੈਸ ਮੇਰੇ ਮਨ 'ਚ ਨਹੀਂ ਹੈਗੀ, ਨਾ ਹੀ ਮੈਂ ਕਦੀ ਕੋਸ਼ਿਸ਼ ਕੀਤੀ ਆ। ਸੱਚੀ ਮੈਨੂੰ ਦੀਪ ਮੇਰੇ ਪੁੱਤ ਤੋਂ ਪਿਆਰਾ, ਔਰ ਇਹ ਗੱਲ ਬਸ ਮੈਂ ਨਹੀਂ ਕਰ ਸਕਦਾ। ਅਤੇ ਜਦੋਂ ਮੈਂ ਹੁਣ ਗੱਲ ਕਰਾਂਗਾ ਦੀਪ ਦੀ ਮੌਤ ਦੀ, ਕਿਉਂਕਿ ਉਹਦੇ ਬਾਰੇ ਬਹੁਤ ਵੱਡੀ ਗੱਲ ਕਰਨ ਵਾਲੀ ਆ, ਉਹ ਕਿਤੇ ਕਰਾਂਗੇ ਆਪਾਂ ਜ਼ਰੂਰ। ਪਰ ਮੈਂ ਉੱਥੇ ਜਾ ਕੇ ਜਦੋਂ ਮੇਰੇ ਨਾਲ ਪ੍ਰੀਤ ਸੈਣੀ ਸੀਗੇ, ਮੇਰੇ ਨਾਲ 2 ਮੋਹਾਲੀ ਤੋਂ ਮੁੰਡੇ ਸੀਗੇ, ਮੈਨੂੰ ਉਹਦਾ ਨਾਂ ਨਹੀਂ ਪਤਾ, ਪਰ ਬਹੁਤ ਚੰਗੇ ਸੀਗੇ, ਅਤੇ ਉਹ ਕਦੀ ਦੀਪ ਨੂੰ ਮਿਲੇ ਵੀ ਨਹੀਂ ਸਨ ਹੈਗੇ। ਇਹ ਵੀ ਗੱਲ ਬੜੀ ਮਹੱਤਵਪੂਰਨ, ਉਹ ਕਦੀ ਦੀਪ ਨੂੰ ਨਹੀਂ ਮਿਲੇ, ਔਰ ਉਹਨਾਂ ਨੇ ਸਿਰਫ ਮੇਰੀ ਇੰਨੀ ਆਵਾਜ਼ ਸੁਣੀ ਕਿ ਮੈਂ ਉਸ ਸਪੋਟ 'ਤੇ ਜਾਣਾ ਹੈ, ਉਸ ਜਗ੍ਹਾ 'ਤੇ ਜਾਣਾ ਹੈ ਜਿੱਥੇ ਦੀਪ ਦਾ ਐਕਸੀਡੈਂਟ ਹੋਇਆ, ਅਤੇ ਉਹਨਾਂ ਨੇ ਬਿਨਾਂ ਦੱਸੇ ਸਾਡੇ ਮਗਰ ਗੱਡੀ ਲਾ ਲਈ, ਔਰ ਸਾਨੂੰ ਉੱਥੇ ਜਾ ਕੇ ਉਹ ਮਿਲੇ, ਔਰ ਸਾਨੂੰ ਉਹਨਾਂ ਨੇ ਕ੍ਰਾਸ ਕਰਕੇ ਇੰਡੀਕੇਟਰ ਦਿੱਤਾ ਕਿ ਸਾਡੇ ਮਗਰ ਆ ਜਾਓ। ਜਦੋਂ ਅਸੀਂ ਉੱਥੇ ਪਹੁੰਚੇ ਹਾਂ, ਅਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਟਰੱਕ ਚਲਾਇਆ ਆ, ਟਰੱਕ ਡਰਾਈਵਰ ਰਿਹਾ ਆ। ਜਦੋਂ ਮੂਵਮੈਂਟ ਦੇ ਵਿੱਚ ਰਹੇ ਹਾਂ, ਅਤੇ ਮੈਂ ਉਹਦੇ ਵਿੱਚ ਕਾਫੀ ਲੰਮਾ ਸਮਾਂ ਇਹ ਜਿਹਾ ਕੁਛ ਵੀ ਕੀਤਾ ਹੈ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਟੈਕਨੀਕਲ ਦੱਸਣਾ ਕਿ ਜਿਹੜਾ ਪੁਲਿਸ ਨੇ ਬਿਆਨ ਦਿੱਤਾ ਆ ਕਿ ਗੱਡੀ ਖੜੀ ਸੀ, ਇਹ ਤਾਂ ਬਿਲਕੁਲ ਹੀ ਝੂਠ ਸੀ, ਜਮਾਂ ਹੀ ਝੂਠ। ਔਰ ਜਿਹੜੀ ਪਿੱਛੇ ਗੱਡੀ ਆਉਂਦੀ ਆ, ਉਹਨੇ ਸਟੇਟਮੈਂਟ ਦਿੱਤੀ ਆ ਕਿ ਜਿਹੜੀ ਗੱਡੀ ਅਗਲੀ ਉਹ ਜਾ ਰਹੀ ਸੀ ਰੋਡ ਦੇ ਉੱਤੇ। ਨਾਰਮਲੀ 22 ਚੱਕਿਆ ਜਿਹੜਾ ਟਰਾਲਾ ਆ, ਉਹਦੀ ਲੋਡਡ ਜਿਹੜੀ ਸਪੀਡ ਆ 50 ਤੋਂ 60 ਦੇ ਵਿੱਚ ਰਹਿੰਦੀ ਆ ਲਗਭਗ, ਕਿਤੇ 70 ਤੇ ਵੀ ਚਲੀ ਜਾਂਦੀ ਹੈ, ਪਰ ਇੰਨੀ ਕੁ ਸਪੀਡ ਉਹ ਰੱਖਦੇ ਨੇ। ਜਦ ਪਿਛਲੀ ਗੱਡੀ ਉਹਦੇ ਵਿੱਚ ਵੱਜਦੀ ਹੈ ਚੱਲਦੀ ਗੱਡੀ 'ਚ, ਅਤੇ ਜੇ ਉਹ 120 ਦੀ ਸਪੀਡ 'ਤੇ ਵੀ ਹੋਵੇ ਤਾਂ ਉਹਦੀ 60 ਦੀ ਸਪੀਡ ਰਹਿ ਜਾਂਦੀ, ਕਿਉਂਕਿ 60 'ਤੇ ਅਗਲੀ ਜਾਂਦੀ ਹੁੰਦੀ ਆ। ਸੋ 60 ਦੀ ਸਪੀਡ 'ਤੇ ਜਦੋਂ ਗੱਡੀ ਵੱਜਦੀ ਹੈ ਤਾਂ ਉਹਦਾ ਬੋਨਟ ਹੀ ਟੁੱਟਦਾ ਆ, ਮਾੜੀ ਮੋਟੀ ਝਰੀਟ ਆ ਸਕਦੀ ਆ, ਬੰਦੇ ਦਾ ਇੱਦਾਂ ਦਾ ਐਕਸੀਡੈਂਟ ਨਹੀਂ ਹੁੰਦਾ। ਇਹ ਐਕਸੀਡੈਂਟ ਤਾਂ ਹੁੰਦਾ ਆ ਜਾਂ ਅਗਲਾ ਬੰਦਾ ਮਿੱਥ ਕੇ ਬ੍ਰੇਕ ਮਾਰ ਦੇ, ਅਤੇ ਜਾਂ ਉਹ ਗੱਡੀ ਖੜੀ ਹੋਵੇ ਸਾਈਡ 'ਤੇ, ਅਤੇ ਪਿੱਛੋਂ ਗੱਡੀ ਤੇਜ਼ ਆਉਂਦੀ ਉਹਦੇ ਵਿੱਚ ਵੱਜੇ, ਫਿਰ ਉਹ 120 ਦੀ ਸਪੀਡ 'ਤੇ ਜਦੋਂ ਵੱਜਦੀ ਆ, ਅਗਲੀ ਗੱਡੀ ਖੜੀ ਹੁੰਦੀ ਆ, ਤਾਂ ਫਿਰ ਉਹ ਬਲਾਸਟ ਵਾਂਗੂ ਬਹੁਤ ਵੱਡਾ ਐਕਸੀਡੈਂਟ ਹੁੰਦਾ ਆ। ਇਹ ਐਕਸੀਡੈਂਟ ਦੇ ਟੈਕਨੀਕਲ ਪੁਆਇੰਟ ਨੇ, ਇਹ ਤੁਹਾਨੂੰ ਬਹੁਤ ਜ਼ਰੂਰੀ ਨੇ ਤੁਹਾਡੇ ਲਈ ਸੁਣਨੇ। ਔਰ ਮੇਰੇ ਭਰਾ ਨੇ ਜਿਹੜੇ ਮੇਰੇ ਨਾਲ ਕੇਸ 'ਚ ਵੀ ਰਹੇ ਨੇ, ਭਾਈ ਮਹਿੰਦਰ ਸਿੰਘ ਅਸੰਧ, ਅਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਇਸ ਚੀਜ਼ ਦੇ ਬਹੁਤ ਮਾਹਿਰ ਨੇ ਟੈਕਨੀਕਲੀ। ਉਹ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ
कि आह गल आपां संगत के सामने जरूर रखनी है। और सब तो वड्डी गल मैं तुहानूं दस्सांगा, एक ऐप आउंदा है जिहदे विच नंबर पा के आरसी चैक की जाती है, और ये ट्रक का नंबर जिहड़ा वो फेक आ, तुसीं समझ सकते हो। RJ32 सारे नोट कर लिओ, RJ32 BJ 8377। ये मैनू अज महराज तो, जिहड़ा महराज जिथे गुरु 6वें पातशाह महाराज सच्चे पातशाह का स्थान भी आ, उत्थों फोन आउंदा आ कि बाई जी ये नंबर फेक आ, ते अपने नाल बहुत वड्डा धक्का होया, साजिश होई, आपां इहदा पता करिए। हुण जदों उत्थे कार्रवाई करनी सी, आपां उत्थों दीप दा शरीर लैना सी, पोस्टमार्टम दी रिपोर्ट जां जो भी सी, उत्थे मतलब परिवार बहुत सदमे च सीगा। दीप दा ब्रदर जिहड़ा सी ਉਹ और सारे ही जिन्ने भी उत्थे संगी साथी सन, पर फिर भी जिहड़ी उत्थे कार्रवाई हुंदी आ ਉਹ ब्लड रिलेशन च ही हुंदी आ, ਉਹ ਸਪੁਰਦ ਉਹਨਾਂ ਨੂੰ ਹੀ ਹੁੰਦੀ ਆ, ਉਹਨਾਂ ਦੇ ਸਾਈਨ ਹੁੰਦੇ ਨੇ, ਉੱਥੇ ਉਹਨਾਂ ਦੇ ਥਰੂ ਹੀ ਕਾਰਵਾਈ ਹੁੰਦੀ ਆ। ਅਸੀਂ ਸਭ ਕੁਝ ਕਰ ਸਕਦੇ ਹਾਂ, ਪਰ ਉਹਦੇ ਉੱਤੇ ਸਿਗਨੇਚਰ ਜਿਹੜੇ ਨੇ ਉਹ ਬਲੱਡ ਰਿਲੇਸ਼ਨ ਚੋਂ ਹੀ ਹੁੰਦੇ ਨੇ, ਪਿਓ ਭਰਾ ਜਾਂ ਕੋਈ ਉਹਨਾਂ ਦੇ ਪਰਿਵਾਰ ਚੋਂ। ਸੋ ਉੱਥੇ ਜਿਹੜੀ ਕਾਰਵਾਈ ਕੀਤੀ ਗਈ ਆ ਕਿ ਐਕਸੀਡੈਂਟ ਹੋਇਆ ਆ। ਸਾਡਾ ਖਦਸ਼ਾ ਇਹ ਆ ਕਿ ਦੀਪ ਬੇਸ਼ੱਕ ਜਿਹੜਾ ਦੀਪ ਦਾ ਆਪਣਾ ਪਰਿਵਾਰ ਹੈ, ਦੀਪ ਨੇ ਜਿੱਥੇ ਜਨਮ ਲਿਆ, ਉਹਨਾਂ ਦਾ ਬਹੁਤ ਵੱਡਾ ਪਰਿਵਾਰ ਦਾ ਹੱਕ ਹੁੰਦਾ, ਅਧਿਕਾਰ ਹੁੰਦਾ ਆ, ਪਰ ਕੁਝ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਉਹ ਕੌਮੀ ਹੋ ਜਾਂਦੀਆਂ ਨੇ। ਉਹਨਾਂ ਦਾ ਜਿਹੜਾ ਮਲਕੀਅਤ ਆ, ਉਹਨਾਂ ਦੀ ਮਲਕੀਅਤ ਕੌਮ ਦੀ ਹੋ ਜਾਂਦੀ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹਦੀ ਵਾਰਸ ਕੌਮ ਹੋ ਜਾਂਦੀ ਹੈ, ਕੌਮਾਂ ਹੋ ਜਾਂਦੀਆਂ ਨੇ, ਪੰਥ ਉਹਦੇ ਵਾਰਸ ਬਣ ਜਾਂਦੇ ਨੇ। ਇਸ ਕਰਕੇ ਜਿਹੜਾ ਦੀਪ ਸਿੱਧੂ ਆ ਉਹਦੇ ਹੁਣ ਦੋ ਤਰ੍ਹਾਂ ਦੇ ਮਾਪੇ ਨੇ, ਇੱਕ ਉਹਦਾ ਪੰਥ ਆ ਤੇ ਦੂਜਾ ਉਹਦਾ ਘरेलू लाइफ ਦੇ ਵਿੱਚ ਜਿਹੜਾ ਉਹਦਾ ਪਰਿਵਾਰ ਆ। ਦੋਨੋਂ ਹੀ ਸਨਮਾਨਯੋਗ ਨੇ ਬਹੁਤ। ਅਸੀਂ ਉਹਨਾਂ ਦਾ ਵੀ ਬਰਾਬਰ ਸਨਮਾਨ ਰੱਖਣਾ, ਦੀਪ ਦੇ ਪਰਿਵਾਰ ਦਾ। ਦੀਪ ਦੇ ਜਿਹੜੇ ਚਾਚਾ ਜੀ ਨੇ ਬੇਦੀ ਸਿੰਘ, ਉਹ ਬਹੁਤ ਹੀ ਅੱਛੇ ਇਨਸਾਨ ਨੇ, ਜੇ ਤੁਸੀਂ ਕਦੀ ਮਿਲੋਗੇ, ਔਰ ਇਨਸਾਨ ਅੱਛੇ ਨੇ, ਦਲੇਰ ਬਹੁਤ ਨੇ, ਤੇ ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਪੰਥ ਲਈ ਕੀਤਾ ਆ। ਇਹ ਇੱਕ ਵੱਖਰਾ ਵਿਸ਼ਾ ਆ, ਪਰ ਮੈਂ ਉਹਨਾਂ ਦੇ ਜੇ ਪਰਿਵਾਰ ਦੀ ਗੱਲ ਕਰਾਂ ਤੇ ਉਸ ਸਮੇਂ ਉਹਨਾਂ ਨੇ ਜੋ ਵੀ ਫੈਸਲਾ ਲਿਆ ਜਾਂ ਜਿਵੇਂ ਵੀ ਲਿਆ, ਪਰ ਇਹ ਗੱਲ ਸੋਚਣ ਦੀ ਬਹੁਤ ਵੱਡੀ ਲੋੜ ਆ ਕਿ ਦੀਪ ਜਿਹੜਾ ਆ ਉਹਦਾ ਐਕਸੀਡੈਂਟ ਜਿਹੜੇ ਸਮੇਂ ਹੁੰਦਾ ਆ, ਉਹ ਸਮਾਂ ਤੇ ਟੋਲ ਦਾ ਸਮਾਂ ਉਹਨੂੰ ਬਰਾਬਰ ਰੱਖ ਕੇ ਕੀਤਾ ਗਿਆ ਹੈ। ਪਰ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਕੁਝ ਹੋਰ ਹੈ ਕਿ ਉਦੋਂ, ਜਿਹਨੂੰ ਪੰਜਾਬੀ 'ਚ ਆਪਾਂ ਕੋਸਮੋਸਾ ਕਹਿੰਦੇ ਆ, ਦਿਨ ਹਲਕਾ ਜਿਹਾ ਛਿਪ ਰਿਹਾ ਸੀ। 5:45 ਦਾ ਟਾਈਮ ਹੋਊਗਾ, 5:30 ਪੌਣੇ 6 ਦਾ, ਪਰ ਟਾਈਮਿੰਗ ਦੀ ਜਿਹੜੀ ਸੈਟਿੰਗ ਆ, ਇਹ ਤੁਸੀਂ ਸਮਝ ਸਕਦੇ ਹੋ ਕਿ ਸਾਰਾ ਕੁਝ ਸੰਭਵ ਆ, ਹੋ ਸਕਦੀ ਆ। ਦੀਪ ਦਾ ਜਿਹੜਾ ਐਕਸੀਡੈਂਟ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਪਰਸਨਲ ਇਨਵੈਸਟੀਗੇਸ਼ਨ ਦੀ ਲੋੜ ਆ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀ, ਜਿਹੜੇ ਬਹੁਤ ਜ਼ਿਆਦਾ ਐਕਸਪਰਟ ਨੇ ਟੈਕਨੀਕਲੀ, ਉਹਨਾਂ ਬੱਚਿਆਂ ਦੀ ਜਾਂ ਉਹਨਾਂ ਭਰਾਵਾਂ ਦੀ ਇੱਕ ਟੀਮ ਬਣਾ ਕੇ ਇਹਦੇ ਉੱਤੇ ਪ੍ਰੋਪਰ ਕੰਮ ਕੀਤਾ ਜਾਏ, ਇਹਦੀਆਂ ਸਾਰੀਆਂ ਕੜੀਆਂ ਲੱਭੀਆਂ ਜਾਣ। ਇਹ ਤਾਂ ਗੱਲ ਹੈ ਨਹੀਂ ਕਿ ਦੀਪ ਕਿੱਥੋਂ ਤੁਰਿਆ, ਉਹਦੀ ਲੋਕੇਸ਼ਨ ਸਭ ਕੁਝ ਆ ਸਕਦੀ ਹੈ, ਕਿੱਥੋਂ ਤੁਰਿਆ, ਕਿੰਨੇ ਵਜੇ ਤੁਰਿਆ, ਕਿੰਨੇ ਵਜੇ ਦਾ ਐਕਸੀਡੈਂਟ ਹੁੰਦਾ ਆ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਗੁਰਬਾਣੀ ਅਖੰਡ ਬਾਣੀ ਜਿਹੜਾ ਚੈਨਲ ਆ, ਉਹਦੇ ਜਿਹੜੇ ਹੈੱਡ ਨੇ, ਉਹਨਾਂ ਨੇ ਪੁਲਿਸ ਦੇ ਸਾਹਮਣੇ, ਪ੍ਰੈਸ ਦੇ ਸਾਹਮਣੇ, ਉੱਥੇ ਪ੍ਰੈਸ ਵੀ ਸੀ, ਪੁਲਿਸ ਵੀ ਸੀ, ਤੇ ਹੋਰ ਵੀ ਨੌਜਵਾਨ ਸੀਗੇ, ਜਦੋਂ ਗੱਡੀ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਆ। ਔਰ ਇਸ ਲਈ ਕੀਤੀ ਸੀ ਕਿ ਇਹਨਾਂ ਨੇ ਦੀਪ ਦੀ ਮੌਤ ਨੂੰ ਕਲੰਕਿਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਛੱਡਣੀ। ਕਿ ਜਿਵੇਂ ਇੱਕ ਨੇ ਕਿਹਾ ਕਿ ਆ ਵੇਖੋ, ਥੋੜਾ ਜਿਹਾ ਚਿਰ ਪਹਿਲਾਂ ਹੀ ਪੀ ਸ਼ੈਂਪੀਨ ਪਈ ਸੀ ਵਿੱਚ, ਜਾਂ ਸ਼ਰਾਬ ਪਿਆ ਸੀ, ਜਾਂ ਜੋ ਵੀ ਅਲਕੋਹਲ ਦੀ ਉਹਨਾਂ ਨੇ ਗੱਲ ਕੀਤੀ। ਆਪਾਂ ਸਾਰਿਆਂ ਨੂੰ ਪਤਾ ਆ ਕਿ ਦੀਪ ਨਸ਼ਾ ਕੋਈ ਨਹੀਂ ਸੀ ਲੈਂਦਾ, ਪਰ ਮੈਂ ਇਸ ਲਾਣੇ ਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਇਹ ਵੀ ਸਾਬਤ ਕਰ ਦਿਓ ਨਾ ਕਿ ਦੀਪ ਨੇ ਦਾਰੂ ਪੀਤੀ ਸੀ, ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਸਾਨੂੰ ਪਤਾ ਆ ਕਿ ਸਾਡੇ ਸੋਨੇ ਦੇ ਵਿੱਚ ਖੋਟ ਨਹੀਂ ਹੈਗੀ।
ਹੁਣ ਉਹਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਖੋਟਾਂ ਹਰਲਾਈ ਜਾਓ, ਜਿੰਨਾ ਮਰਜ਼ੀ ਉਹਦੇ ਵਿੱਚ ਕਾਲਖ ਭਰੀ ਜਾਓ, ਕੋਈ ਫਰਕ ਨਹੀਂ ਪੈਣਾ। ਉਹਨੇ ਚਮਕਣਾ ਹੀ ਚਮਕਣਾ ਆ, ਉਹਨੇ ਚਮਕਣਾ ਹੀ ਹੈ। ਦੀਪ ਇੱਕ ਬਹੁਤ ਵੱਡਾ ਤਾਰਾ ਆ ਜਿਹਨੇ ਰੌਸ਼ਨੀ ਦਿੱਤੀ ਆ, ਔਰ ਦੀਪ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਹੋ ਜਿਹੀਆਂ ਕਾਲਖਾਂ ਤੋਂ 100-100 ਕਿਲੋਮੀਟਰ ਦੂਰੋਂ ਲੰਘ ਜਾਂਦੀਆਂ। 26 ਵਾਲੀ ਘਟਨਾ ਦੇ ਵਿੱਚੋਂ ਉੱਭਰਨਾ ਉਹ ਦੀਪ ਹੀ ਸੀ ਜਿਹੜਾ ਉੱਭਰ ਗਿਆ। ਔਰ ਉਹ ਜਿਹੜੇ ਮੇਰੇ ਸਮੇਤ ਜਿਹੜੇ ਉਹਦੇ ਚਾਹਣ ਵਾਲੇ ਸਨ, ਉਹਨਾਂ ਨੇ ਸਭ ਕੁਝ ਉਹਦੇ ਲਈ ਕੀਤਾ। ਬੇਸ਼ੱਕ ਅਸੀਂ ਥੋੜੇ ਸੀਗੇ, ਪਰ ਸੱਚ ਬਹੁਤ ਵੱਡਾ ਹੁੰਦਾ ਆ। ਉਸ ਗੱਲ ਚੋਂ ਦੀਪ ਹੀ ਉੱਭਰ ਸਕਦਾ ਸੀ। ਉਹਦੀ ਜਗ੍ਹਾ ਕੋਈ ਵੀ ਹੋਰ ਹੁੰਦਾ, ਔਰ ਜਿੰਨੇ ਵੀ ਸੀ ਬਹੁਤ ਝੁਕੇ ਵੀ ਨੇ। ਤੁਹਾਨੂੰ ਵੀ ਪਤਾ ਆ, ਅੱਜ ਜੋ ਮਰਜ਼ੀ ਕਹੀ ਜਾਣ, ਉਹ ਝੁਕੇ ਨੇ ਉਸ ਸਮੇਂ ਦੇ ਹਾਲਾਤਾਂ ਦੇ ਅੱਗੇ, ਉਸ ਸਖਤੀ ਦੇ ਅੱਗੇ, ਉਹਨਾਂ ਲਾਲਚਾਂ ਦੇ ਅੱਗੇ। ਜਿਹੜੀ ਮਰਜ਼ੀ ਗੱਲ ਤੁਸੀਂ ਲਾ ਲਓ, ਕੱਲਾ ਲਾਲਚ ਪੈਸੇ ਦਾ ਨਹੀਂ ਹੁੰਦਾ, ਹੋਰ ਬੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ, ਜਿਹਦੇ ਅੱਗੇ ਤੁਸੀਂ ਝੁਕਦੇ ਹੋ, ਜਿਹਦੇ ਲਈ ਤੁਸੀਂ ਖਰੀਦੇ ਜਾਂਦੇ ਹੋ। ਔਰ ਇੱਕ ਇੱਕ ਬੰਦਾ ਜਿਹੜਾ ਸੀ ਉਸ ਸਮੇਂ ਝੁਕਿਆ। ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਕਮਿਟਮੈਂਟਾਂ ਕੀਤੀਆਂ ਹਨ, ਉਹ ਵੀ ਦੀਪ ਦੇ ਖਿਲਾਫ ਹੋਏ, ਆਪਣੇ ਵੀ ਦੀਪ ਦੇ ਖਿਲਾਫ ਹੋਏ, ਤੇ ਬਗਾਨਿਆਂ ਨੇ ਤੇ ਹੋਣਾ ਹੀ ਹੋਣਾ ਸੀ। ਬੇਸ਼ੱਕ ਮੈਂ ਆਪਣਿਆਂ ਦੀ ਇੱਕ ਗੱਲੋਂ ਸਿਫਤ ਕਰਨਾ ਕਿ ਕੱਲ ਉਹਨਾਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਨੇ, ਉਹਨਾਂ ਨੇ ਕਹੀਆਂ ਨੇ ਕਿ ਸਾਡੇ ਜਿਹੜੇ ਨੇ ਵੱਖਰੇ ਵੱਖਰੇ ਸੁਭਾਅ ਹੋ ਸਕਦੇ ਨੇ, ਕਿਸੇ ਗੱਲ ਨੂੰ ਲੈ ਕੇ ਸਾਡੇ ਮਤਭੇਦ ਹੋ ਸਕਦੇ ਨੇ, ਪਰ ਦੀਪ ਸਾਡੇ ਲਈ ਬਹੁਤ ਪਿਆਰਾ ਸੀ। ਇਮਾਨਦਾਰੀ ਨਾਲ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਦੀਪ ਦੀ ਬੇਵਕਤ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਆ। ਵਤਨੋਂ ਪਾਰ ਬੈਠੇ ਜਲਾ ਵਤਨ ਸਾਡੇ ਜਿਹੜੇ ਭਾਈ ਗਜਿੰਦਰ ਸਿੰਘ ਨੇ, ਉਹਨਾਂ ਦੀ ਸਟੇਟਮੈਂਟ ਆਈ ਆ ਤਾਂ ਮੈਂ ਭਾਵੁਕ ਹੋ ਗਿਆ ਜਦੋਂ ਉਹਨਾਂ ਨੇ ਲਿਖਿਆ। ਜੋ ਉਹਨਾਂ ਨੇ ਲਿਖਿਆ ਸੀਗਾ ਉਹ ਬਹੁਤ ਭਾਵੁਕਤਾ ਵਾਲਾ ਸੀ। ਉਹਨਾਂ ਨੇ ਜੋ ਦੀਪ ਬਾਰੇ ਲਿਖਿਆ ਤੁਸੀਂ ਉਹਨਾਂ ਦੇ ਪੜ੍ਹ ਵੀ ਲਿਓ। ਸੋ ਮੈਂ ਕਹਿੰਦਾ ਕਿ ਬੇਸ਼ੱਕ ਸਾਡੀਆਂ ਕਿਤੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਰਹੀਆਂ ਹੋਣ, ਪਰ ਦੀਪ ਦੇ ਨਾਲ ਹਰ ਅੱਖ ਨੇ ਨਮ ਹੋ ਕੇ ਦੀਪ ਨੂੰ ਸ਼ਰਧਾਂਜਲੀ ਦਿੱਤੀ ਆ। ਹੁਣ ਮੈਂ ਫੇਰ ਉੱਥੇ ਆ ਜਾਣਾ। 6 ਲਾਈਨ ਰੋਡ ਆ ਜਿਹੜਾ, ਇੱਕ KMP ਰੋਡ ਆ, ਇੱਕ KMPL ਰੋਡ ਆ। ਇਹ KMPL ਰੋਡ ਆ ਤੇ ਪਿਪਲੀ ਟੋਲ ਟੈਕਸ ਦੇ ਕੋਲ ਜਿਹੜਾ ਦੀਪ ਦਾ ਐਕਸੀਡੈਂਟ ਹੁੰਦਾ ਆ। ਹੁਣ ਇਸ ਸੜਕ ਦੇ ਵਿੱਚ ਜਿਹੜੀਆਂ ਨੇ 3 ਲਾਈਨਾਂ ਨੇ, ਇੱਕ ਇਧਰਲੇ ਪਾਸੇ ਆ, ਇੱਕ ਇਧਰ ਆ। ਜਿਹੜੀ ਸੈਂਟਰ ਵਾਲੀ ਲਾਈਨ ਆ ਉਹਦੇ ਵਿੱਚ 22 ਚੱਕੀ ਜਿਹੜੀ ਗੱਡੀ ਆ ਉਹ ਜਾ ਰਹੀ ਆ। ਤੇ 22 ਚੱਕੀ ਗੱਡੀ ਜਦੋਂ ਟੈਕਨੀਕਲ ਬੰਦਿਆਂ ਨੂੰ ਪੁੱਛਿਆ, ਮਿਸਤਰੀਆਂ ਨੂੰ ਪੁੱਛਿਆ, ਜਿਹੜੇ ਬਹੁਤ ਲੰਮੇ ਸਮੇਂ ਤੋਂ ਟਰੱਕ ਚਲਾਉਂਦੇ ਨੇ, ਉਹਨਾਂ ਨਾਲ ਮੈਂ ਗੱਲ ਕੀਤੀ ਵੀ ਕੀ ਕਦੀ ਇਸ ਤਰ੍ਹਾਂ ਵਿੱਚ ਸੜਕ ਦੇ ਜਾਂਦਾ ਜਾਂਦਾ ਟਰੱਕ ਰੁਕ ਸਕਦਾ ਹੈ? ਉਹ ਕਹਿੰਦੇ ਜੇ ਟਰੱਕ 'ਚ ਇਦਾਂ ਦੀ ਕੋਈ ਪ੍ਰੋਬਲਮ ਆਏ ਤੇ ਟਰੱਕ ਖੁਦ ਗੇੜਾ ਖਾਂਦਾ ਆ। ਟਰੱਕ ਕਿਸੇ ਨੂੰ ਇਸ ਤਰ੍ਹਾਂ ਨਹੀਂ ਸੜਕ ਦੀ ਖਲੋ ਜੂਗਾ, ਉਹਦਾ ਅਗਲਾ ਟਾਇਰ ਪਾਟੇਗਾ ਤੇ ਉਹ ਥੱਲੇ ਨੂੰ ਜਾਏਗਾ, ਤਾਂ ਵੀ ਪਿਛਲੀ ਗੱਡੀ ਪਲਟ ਸਕਦੀ ਹੈ, ਮਾੜਾ ਮੋਟਾ ਐਕਸੀਡੈਂਟ ਹੋ ਸਕਦਾ, ਕਿਉਂਕਿ ਖੁਦ ਚੱਲ ਰਿਹਾ ਹੁੰਦਾ ਆ, ਉਹ ਖੜਾ ਨਹੀਂ ਹੁੰਦਾ। ਤਾਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੋ ਸਕਦੀ ਕਿ ਜਾਂਦਾ ਜਾਂਦਾ GT ਰੋਡ ਦੇ ਉੱਤੇ ਟਰੱਕ ਇੱਕਦਮ ਖੜ ਜੇ ਤੇ ਉਸ ਖੜੇ ਟਰੱਕ ਦੇ ਵਿੱਚ ਉਹ ਚੱਲਦਾ ਟਰੱਕ, ਇਹ ਕਦੀ ਨਹੀਂ ਹੋ ਸਕਦਾ। ਕਹਿੰਦੇ ਉਹ ਬ੍ਰੇਕ ਮਾਰੀ ਜਾ ਸਕਦੀ ਆ। ਕੱਲ ਭੇਵੇ ਤੋਂ ਸਾਡੇ ਨਰਿੰਦਰ ਸਿੰਘ ਗਰਾਏ ਵੀਰ ਨੇ ਬੜੀ ਇਹਦੇ ਉੱਤੇ ਕੰਮ ਦੀ ਗੱਲ ਜਿਹੜੀ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਬੜੇ ਕੰਮ ਦੀ ਸਟੇਟਮੈਂਟ ਦਿੱਤੀ ਆ। ਉਹਨਾਂ ਨੇ ਕਿਹਾ ਕਿ ਸਾਡੇ ਸਾਹਮਣੇ ਇਦਾਂ ਇਹ ਵਰਤਾਰਾ ਵਾਪਰਿਆ ਆ ਕਿ ਇਹਦੀ ਖੋਜ ਕਰਨ ਦੀ ਲੋੜ ਆ। ਮੈਂ ਤੁਹਾਨੂੰ ਨੰਬਰ ਦੱਸਤਾ, ਨੰਬਰ ਫੇਕ ਆ। ਹੁਣ ਇਹ ਪਤਾ ਕਰਨਾ ਪਊਗਾ ਕਿ ਟਰਾਲਾ ਕਿਸ ਕੰਪਨੀ ਦਾ ਆ, ਕਿੱਥੋਂ ਇਹ ਚੱਲਿਆ ਆ, ਕਿੱਥੋਂ ਇਹਦਾ ਮਾਲ ਲੋਡ ਕੀਤਾ, ਇਹਦਾ ਮਾਲਕ ਕੌਣ ਆ, ਇਹਦਾ ਡਰਾਈਵਰ ਕੌਣ ਆ, ਸਾਰੀਆਂ ਗੱਲਾਂ ਦਾ ਸਾਨੂੰ ਪਤਾ ਕਰਨਾ ਪਏਗਾ। ਮੇਰੀ ਦੀਪ ਦੇ ਸਾਰੇ ਚਾਹਣ ਵਾਲਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਰੇ ਇਸ ਗੱਲ ਦੀ ਘੋਖ ਜ਼ਰੂਰ ਕਰੋ, ਚਾਹੇ ਤੁਹਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਲੱਗੇ। ਜਿੱਥੇ ਜਿੱਥੇ ਵੀ ਤੁਸੀਂ ਹੈਗੇ ਹੋ, ਹਰਿਆਣੇ ਚੋਂ, ਪੰਜਾਬ ਚੋਂ, UP ਚੋਂ, ਜਿਹੜੇ ਵੀ ਐਕਸਪਰਟ ਹੋ, ਉਹ ਮੇਰੀ ਬੇਨਤੀ ਆ ਕਿ ਇਸ ਕੇਸ ਨੂੰ ਆਪਾਂ ਹਲਕੇ 'ਚ ਨਹੀਂ ਲੈ ਸਕਦੇ। ਸਾਡੇ ਕੋਲੋਂ ਬਹੁਤ ਵੱਡਾ ਜਿਹੜਾ ਇੱਕ ਧਿਰ ਸੀਗੀ ਪੰਥ ਦੀ, ਬਹੁਤ ਵੱਡੀ, ਦੀਪ ਦਾ ਬਹੁਤ ਵੱਡਾ ਕੱਦ ਸੀ, ਅੰਬਰਾਂ ਤੋਂ ਉੱਚਾ ਕੱਦ ਸੀ ਦੀਪ ਦਾ। ਦੀਪ ਨੂੰ ਸਮਝਣ 'ਚ ਬਹੁਤ ਲੋਕ ਨਾਕਾਮ ਰਹੇ ਨੇ, ਪਰ ਫਿਰ ਵੀ ਜਿਹੜੇ ਲੋਕਾਂ ਨੇ ਸਾਨੂੰ ਟਿੱਚਰਾਂ ਕੀਤੀਆਂ ਕਿ ਦੀਪ ਦੇ ਨਾਲ 2 ਬੰਦੇ ਨੇ, ਉਹ ਕੱਲ੍ਹ ਵਾਲਾ ਜਿਹੜਾ ਵਰਤਾਰਾ ਸੀ ਉਹਨੂੰ ਵੇਖ ਕੇ ਇਹ ਲੱਗਿਆ ਕਿ ਯਾਰਾ ਅਸਲ ਨਿਬੇੜਾ ਤਾਂ ਇਹਨਾਂ ਸਿਵਿਆਂ 'ਤੇ ਹੀ ਹੁੰਦਾ ਆ। ਇੱਥੇ ਜਿਹੜਾ ਇਕੱਠ ਆ, ਇੱਥੇ ਜਿਹੜੇ ਲੋਕ ਨੇ, ਇੱਥੇ ਜਿਹੜੇ ਲੋਕ ਆਏ ਨੇ, ਉਹਨਾਂ ਦੱਸ ਦਿੱਤਾ ਆ ਕਿ ਦੀਪ ਦੀ ਸ਼ਖਸੀਅਤ ਕਿੱਡੀ ਵੱਡੀ ਸੀ।
ਕਿ ਦੀਪ ਨੂੰ ਲੋਕ, ਜਿਨ੍ਹਾਂ ਲੋਕਾਂ ਨੇ ਕਦੀ ਦੀਪ ਨੂੰ ਵੇਖਿਆ ਨਹੀਂ ਔਰ ਕਦੀ ਦੀਪ ਨਾਲ ਗੱਲ ਨਹੀਂ ਕੀਤੀ, ਮਤਲਬ ਵੇਖਿਆ ਨਹੀਂ, ਜਿਹੜੇ ਮਿਲੇ ਨਹੀਂ ਕਦੀ ਔਰ ਕਦੀ ਉਹਨਾਂ ਨੇ ਗੱਲ ਨਹੀਂ ਕੀਤੀ, ਨਾ ਫੋਨ ਤੇ ਨਾ ਉਸ ਤਰ੍ਹਾਂ, ਉਹ ਬੰਦੇ ਧਾਹਾਂ ਮਾਰ ਕੇ ਰੋਏ ਨੇ। ਔਰ ਇਸ ਦੀਪ ਸਾਰੀ ਰਾਤ ਪੰਜਾਬ ਦੇ ਲੋਕ ਸੁੱਤੇ ਨਹੀਂ ਹੈਗੇ, ਸਾਰੀ ਰਾਤ ਪੰਜਾਬ ਦੇ ਲੋਕ ਸੁੱਤੇ ਨਹੀਂ। ਔਰ ਜਿਹੜੇ ਬੰਦੇ ਨੇ ਵੀ ਫੋਨ ਕੀਤਾ ਆ ਉਹ ਬੰਦਾ ਉੱਚੀ ਉੱਚੀ ਰੋਇਆ ਆ। ਹੁਣ ਮੇਰਾ ਫੋਨ ਜਿਹੜਾ ਆ ਇਹ ਚੱਲ ਰਿਹਾ ਆ। ਕੱਲ ਜਦੋਂ ਮੈਨੂੰ ਇੱਕ ਮੈਸੇਜ ਆਉਂਦਾ ਆ, ਉਸ ਮੈਸੇਜ ਨੇ ਮੈਨੂੰ ਬਹੁਤ ਭਾਵੁਕ ਕੀਤਾ। ਉਹ ਮੈਸੇਜ ਆਉਂਦਾ ਆ ਦੋ ਧਿਰਾਂ ਦਾ। ਇੱਕ ਮੈਸੇਜ ਮੈਨੂੰ ਆਉਂਦਾ ਆ ਬੀਬੀ ਸੰਦੀਪ ਕੌਰ ਦਾ, ਉਹ ਮੇਰੇ ਫੋਨ ਦੇ ਵਿੱਚ ਪਿਆ ਉਹ ਰਿਕਾਰਡਿਡ ਆ। ਉਹ ਮੈਸੇਜ ਆਉਂਦਾ ਆ, ਉਹਦੇ ਵਿੱਚ ਆਵਾਜ਼ ਆਉਂਦੀ ਆ ਕਿ ਕਦੋਂ ਦੀਪ ਨੂੰ ਪੰਜਾਬ ਲੈ ਕੇ ਆਉਣਾ, ਕਿੱਥੇ ਦੀਪ ਦਾ ਸੰਸਕਾਰ ਕਰਨਾ ਹੈ, ਮੈਂ ਉਸ ਸੂਰਮੇ ਵੀਰ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਤੁਸੀਂ ਸਮਝ ਸਕਦੇ ਹੋ। ਔਰ ਪਹਿਲੀ ਗੱਲ ਜਦੋਂ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਰਾਹਾਂ ਤੇ ਤੁਰਦੇ ਨੇ ਉਹਨਾਂ ਨੂੰ ਸ਼ਹੀਦ ਕਿਉਂ ਨਹੀਂ ਤੁਸੀਂ ਕਹਿੰਦੇ, ਹੋਰ ਕਿਵੇਂ ਦੇ ਹੁੰਦੇ ਨੇ ਸ਼ਹੀਦ, ਵੀ ਜਿਹੜੇ ਐਕਸੀਡੈਂਟਾਂ 'ਚ ਉਂਝ ਆਮ ਮੌਤ, ਖੂਹਾਂ 'ਚ ਸ਼ਰਾਬਾਂ ਨਾਲ, ਨਸ਼ਿਆਂ ਨਾਲ, ਉਹ ਹੁੰਦੇ ਨੇ ਜਿਹੜੇ ਸੱਚ ਤੇ ਤੁਰਦੇ ਨੇ। ਅਸਲ ਸ਼ਹਾਦਤ ਤਾਂ ਸੱਚ ਦੇ ਉੱਤੇ ਪਹਿਰਾ ਦੇਣ ਦੀ ਹੀ ਗੱਲ ਆ। ਉਹਨੇ ਕਿਹਾ ਕਿ ਮੈਂ ਆਪਣੇ ਤਜਰਬੇ 'ਚੋਂ ਇਹ ਗੱਲ ਕਹਿ ਸਕਦੀ ਹਾਂ ਕਿ ਦੀਪ ਦੀ ਜਿਹੜੀ ਮੌਤ ਆ ਉਹ ਸਧਾਰਨ ਮੌਤ ਨਹੀਂ, ਇਹਨੂੰ ਕੋਖਣ ਦੀ ਲੋੜ ਆ। ਉਹਨੇ ਕਿਹਾ ਬੇਸ਼ੱਕ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਉਹਨਾਂ ਨੇ ਸਾਰੇ ਤਾਮਝਾਮ, ਸਾਰੀਆਂ ਕੜੀਆਂ ਜੋੜ ਕੇ ਕੀਤਾ ਆ, ਤੇ ਉਹਨਾਂ ਨੇ ਉਹ ਸਮੇਂ ਕੀਤਾ ਆ, ਉਸ ਸੁੰਨਸਾਨ ਥਾਂ ਤੇ ਕੀਤਾ ਆ ਜਿੱਥੇ ਸਾਡੀ ਵੱਸੋਂ ਘੱਟ ਆ, ਤੇ ਉਹ ਸਮੇਂ ਕੀਤਾ ਆ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੀ ਚੋਣ ਕੰਪੇਨ ਦੇ ਵਿੱਚ ਦੀਪ ਨੇ ਅਗਲੇ ਦਿਨ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਸੀ, ਤੇ ਉਹ ਦਿਨ ਉਹਨਾਂ ਨੇ ਨਹੀਂ ਆਉਣ ਦਿੱਤਾ। ਉਹ ਸਮਾਂ ਚੁਣਿਆ ਜਦੋਂ ਸਾਰੇ ਲੋਕ, ਸਾਰੇ ਕਿਤੇ ਨਾ ਕਿਤੇ ਆਪਣੇ ਬੰਦੇ ਚੋਣ ਕੰਪੇਨ ਦੇ ਵਿੱਚ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ 'ਚ ਇਲੈਕਸ਼ਨਾਂ 'ਚ ਬਿਜੀ ਸੀਗੇ। ਉਹ ਸਮੇਂ ਦੇ ਉਹ ਸਮਾਂ ਚੁਣਿਆ ਗਿਆ ਔਰ ਉਹ ਰੂਟ ਚੁਣਿਆ ਗਿਆ ਜਿੱਥੇ ਬਹੁਤ ਘੱਟ ਸਾਡੀ ਵੱਸੋਂ ਆ, ਤੇ ਉਹ ਰੂਟ ਚੁਣਿਆ ਗਿਆ ਜਿੱਥੇ ਸਾਨੂੰ ਪੰਜਾਬ ਤੋਂ ਜਾਣ ਲੱਗਿਆਂ ਵੀ ਬਹੁਤ ਸਮਾਂ ਲੱਗ ਜੇ, ਔਰ ਜੇ ਕੋਈ ਕਸਰ ਰਹਿ ਵੀ ਜਾਏ ਤਾਂ ਉਹਦੇ 'ਚ ਦੀਪ ਬਚੇ ਨਾ। ਪ੍ਰੋਪਰ ਤਰੀਕੇ ਨਾਲ ਦੀਪ ਦਾ ਮਰਡਰ ਕੀਤਾ ਗਿਆ ਆ, ਦੀਪ ਦਾ ਕਤਲ ਕੀਤਾ ਗਿਆ ਆ। ਇਹ ਗੱਲ ਦਾ ਮੈਂ ਦਾਅਵਾ ਕਰਨਾ, ਬੇਸ਼ੱਕ ਤੁਸੀਂ ਮੈਨੂੰ ਜੋ ਮਰਜ਼ੀ ਕਹੋ, ਪਰ ਇਹ ਗੱਲ ਇੱਕ ਦਿਨ ਸੱਚ ਨਿਕਲਣੀ ਆ ਕਿ ਦੀਪ ਦਾ ਕਤਲ ਹੋਇਆ ਆ। ਬੇਸ਼ੱਕ ਇਹਨੂੰ ਤੁਸੀਂ ਜਿਵੇਂ ਮਰਜ਼ੀ ਲੈ ਲਓ, ਮੈਨੂੰ ਦੁਨੀਆ ਦਾ ਸਭ ਤੋਂ ਬੇਵਕੂਫ ਬੰਦਾ ਸਮਝ ਲਓ, ਪਰ ਮੈਂ ਇਹ ਗੱਲ ਠੋਕ ਕੇ ਕਹਿ ਸਕਣਾ ਕਿ ਦੀਪ ਦਾ ਐਕਸੀਡੈਂਟ ਨਹੀਂ ਹੋਇਆ, ਐਕਸੀਡੈਂਟ 'ਚ ਤਬਦੀਲ ਕੀਤਾ ਗਿਆ ਦੀਪ ਨੂੰ। ਇਹ ਗੱਲ ਦਾਅਵਾ ਆ ਮੇਰਾ। ਹੁਣ ਇਹ ਕੜੀ ਕਿਹਦੇ ਨਾਲ ਜੁੜਦੀ ਹੈ, ਕਿਹਦੇ ਨਾਲ ਨਹੀਂ ਜੁੜਦੀ, ਇਹ ਅੱਗੇ ਵੱਖਰਾ ਵਿਸ਼ਾ ਆ, ਪਰ ਤੁਸੀਂ ਸਾਰਿਆਂ ਨੇ ਇਹਦੇ ਵਿੱਚ ਸਹਿਯੋਗ ਕਰਨਾ ਆ। ਅਸੀਂ ਇਹਦੇ ਉੱਤੇ ਸਾਰੇ ਰਲ ਮਿਲ ਕੇ ਕੋਕ ਕਰਨੀ ਆ। ਕਿਹਦੀ ਗੱਡੀ ਹੈ, ਕਿੱਥੋਂ ਆਈ ਆ, ਡਰਾਈਵਰ ਕਿੱਥੋਂ ਦਾ, ਉਹਦੇ ਕੀ ਲਿੰਕ ਨੇ, ਉਹਦੇ ਪੇਕੇ ਸਹੁਰੇ ਕੀ ਨੇ, ਇਹ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਨੀਆਂ ਨੇ। ਹੁਣ ਲਾਸਟ ਸੁਨੇਹਾ ਦੀਪ ਦਾ ਜਿਹੜਾ ਸੀਗਾ ਉਹ ਸੀਗਾ ਸਿਮਰਜੀਤ ਸਿੰਘ ਮਾਨ ਹੋਣਾ ਵਾਸਤੇ, ਕਿ ਮਾਨ ਸਾਹਿਬ ਨੂੰ ਜਿਤਾਉਣ ਲਈ। ਤਾਂ ਹੁਣ ਇਹ ਹੰਬਲਾ ਜ਼ਰੂਰ ਮਾਰ ਦਿਓ, ਨਹੀਂ ਮਿਹਣਾ ਹੀ ਰਹਿ ਜਾਣਾ ਮੇਰੇ ਪੁੱਤ ਦਾ ਸਾਡੇ ਤੇ, ਕਿ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੁਣੀ। ਤੇ ਅਸੀਂ ਦੀਪ ਦੇ ਹਰ ਖਵਾਬ ਨੂੰ, ਉਹਦੀ ਸੋਚ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਜਿੰਨੇ ਜੋਗੇ ਵੀ ਹੈ ਆ। ਜਦੋਂ ਵੀ ਉਹਨਾਂ ਦਾ ਪਰਿਵਾਰ, ਪੰਥ, ਉਹਦੇ ਸਾਥੀ ਜਿੱਥੇ ਵੀ ਹੁਕਮ ਕਰਨਗੇ, ਆਵਾਜ਼ ਮਾਰਨਗੇ, ਅੱਗੇ ਲਾਉਣਗੇ ਤੇ ਅੱਗੇ ਲੱਗਾਂਗੇ, ਅੱਗੇ ਲੱਗਣਗੇ ਤੇ ਪਿੱਛੇ ਲੱਗਾਂਗੇ। ਕਿਸੇ ਵੀ ਚੀਜ਼ ਦੀ ਭੁੱਖ ਨਹੀਂ। ਦੀਪ ਲਈ ਹਰ ਗੱਲ ਲਈ ਆਪਾਂ ਹਾਜ਼ਰ ਹਾਂ। ਜਿਵੇਂ ਮਰਜ਼ੀ ਉਹਦੀ ਸੋਚ ਨੂੰ ਜਿਉਂਦਾ ਰੱਖਣ ਲਈ ਅਸੀਂ ਜੋ ਵੀ ਉਪਰਾਲਾ ਕਰ ਸਕਦੇ ਹੋਏ ਕਰਾਂਗੇ।